देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਦਿੱਲੀ ਬਾਰਡਰ ਤੇ ਕਿਸਾਨਾਂ ਦੇ ਧਰਨੇ ਨੂੰ, ਕਿਸਾਨਾਂ ਦੇ ਮੋਰਚੇਬੰਦੀ ਨੂੰ ਅੱਜ 24 ਦਿਨ ਪੂਰੇ ਹੋ ਚੁੱਕੇ ਆ। ਲਗਾਤਾਰ ਇਹ ਪ੍ਰਦਰਸ਼ਨ ਜਾਰੀ ਹੈ। ਕਿਸਾਨ ਕਹਿੰਦੇ ਅਸੀਂ ਘਰ ਨਹੀਂ ਮੁੜਨਾ ਜਿੰਨਾ ਟਾਈਮ ਮੋਦੀ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ। ਇਸ ਸਮੇਂ ਮੈਂ ਕੁੰਡਲੀ ਬਾਰਡਰ ਦੇ ਉੱਤੇ ਖੜਾ ਹੋਇਆ ਜਿੱਥੇ ਕਿ ਜੋ ਸਰਨਾ ਭਰਾ ਨੇ ਉਹਨਾਂ ਨੇ ਇੱਥੇ ਚਾਹ ਦਾ ਲੰਗਰ ਲਗਾਇਆ ਹੋਇਆ। ਦੇਖੋ ਚਾਹ ਦਾ ਲੰਗਰ ਇੱਥੇ ਲੱਗਿਆ ਹੋਇਆ ਤੇ ਸਾਡੇ ਨਾਲ ਇੱਥੇ ਪਰਮਜੀਤ ਸਿੰਘ ਸਰਨਾ ਜੀ ਨੇ। ਸਰਨਾ ਸਾਹਿਬ, ਚਾਹ ਦਾ ਲੰਗਰ ਤੁਸੀਂ ਲਾਇਆ ਹੋਇਆ, ਲਗਾਤਾਰ ਸੇਵਾ ਚੱਲ ਰਹੀ ਹੈ, ਟੁੱਟ ਸੇਵਾ ਚੱਲ ਰਹੀ ਹੈ। ਹਰ ਜਥੇਬੰਦੀ ਲਾ ਲਓ, ਹਰ ਇਨਸਾਨ ਸੇਵਾ ਕਰ ਰਿਹਾ ਅੱਜ ਦੇ ਦਿਨ 'ਚ, ਲੇਕਿਨ ਮੋਦੀ ਸਰਕਾਰ 24 ਦਿਨਾਂ ਬਾਅਦ ਵੀ ਹਾਲੇ ਤੱਕ ਕਹਿ ਰਹੀ ਹੈ ਮੈਂ ਨਾ ਮਾਨੂੰ। देखो जी, मोदी सरकार दे ਜਿਹੜੀ ਸਖਤਾਈ ਪਹਿਲੇ ਸੀ ਨਾ ਲਫ਼ਜ਼ਾਂ ਦੇ ਵਿੱਚ, ਉਹ ਹੁਣ ਨਹੀਂ ਹੈ। ਹੁਣ ਉਹ ਕਹਿ ਰਹੇ ਨੇ ਮੈਂ ਨਾ ਮਾਨੂੰਗਾ। ਮੈਂ ਨੂੰ ਨਾ ਲਾਤਾ ਅੱਗੇ ਖਾਲੀ ਛੱਡਦਾ ਹੈ। ਹੁਣ ਉਹ ਮੰਨਣ ਤੇ ਆ ਗਏ ਨੇ ਔਰ ਮੰਨਣ ਬਗੈਰ ਕੋਈ ਚਾਰਾ ਨਹੀਂ ਹੈ। ਅਸੀਂ ਇੱਥੇ ਤਕਰੀਬਨ 23 ਦਿਨ ਤੋਂ ਉੱਪਰ ਹੋ ਗਏ ਲੰਗਰ, ਹਰ ਕਿਸਮ ਦਾ ਲੰਗਰ ਵਰਤਾਉਂਦੇ ਰਹੇ ਹਾਂ। ਹੁਣੇ ਅੱਧੇ ਘੰਟੇ ਬਾਅਦ ਪਿੰਨੀ ਤੇ ਦੁੱਧ ਦਾ ਵੀ ਲੰਗਰ ਸ਼ੁਰੂ ਹੋ ਜਾਣਾ। ਆਸ-ਪਾਸ ਜਿਹੜੇ ਮੈਂ ਬੰਦੇ ਦੇਖਦਾ ਪਿਆ ਕਿ ਨਹੀਂ, ਸੈਂਕੜੇ ਟਰਾਲੀਆਂ ਮੇਰੇ ਆਸ-ਪਾਸ ਬੈਠੀਆਂ ਹਨ। ਇਹਨਾਂ ਵਿੱਚੋਂ ਇੱਕ ਬੰਦੇ ਦੇ ਵਿੱਚ ਵੀ ਇੱਕ ਪੈਸੇ ਦਾ 100ਵਾਂ ਹਿੱਸਾ ਕੋਈ ਮਲਾਲ ਨਹੀਂ ਹੈ। ਅਸੀਂ ਇੰਨੇ ਦਿਨ ਤੱਕ ਕੀ ਬੈਠੇ ਹਾਂ, ਕੀ ਕਰਦੇ ਪਏ ਹਾਂ। ਉਹ ਇੱਥੇ ਪੱਕੇ ਆ ਕੇ ਬੈਠੇ ਨੇ ਔਰ ਤਦ ਤੱਕ ਉਹ ਬੈਠੇ ਰਹਿਣਗੇ ਜਦ ਤੱਕ ਇਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਾਣਗੀਆਂ। ਔਰ ਮੈਂ ਤਾਂ ਇੱਕੋ ਗੱਲ ਕਹਿੰਦਾ, ਜਦ ਸਰਕਾਰ ਜਿੱਦ ਕਰੇ, ਆਵਾਮ ਦੀ ਗੱਲ ਨਾ ਮੰਨੇ ਤਾਂ ਸਰਕਾਰ ਦੀ ਹਾਰ ਹੈ। ਜਦ ਆਵਾਮ ਦੀ ਜਿੱਦ ਅੱਗੇ ਸਰਕਾਰ ਗੱਲ ਮੰਨ ਲਵੇ ਤਾਂ ਉਹ ਸਰਕਾਰ ਦੀ ਜਿੱਤ ਹੁੰਦੀ ਹੈ। ਇਹਨਾਂ ਨੂੰ ਆਪਣੀ ਜਿੱਦ ਕਰਨੀ ਚਾਹੀਦੀ ਹੈ। ਇਹਨਾਂ ਦੀਆਂ ਮੰਗਾਂ, ਤੁਸੀਂ ਕਾਨੂੰਨ ਵਧੀਆ ਬਣਾਏਗਾ, ਮੈਂ ਨਹੀਂ ਕਹਿੰਦਾ ਜੀ ਨਹੀਂ ਵਧੀਆ, ਪਰ ਜਦ ਇਹਨਾਂ ਨੂੰ ਪਸੰਦ ਨਹੀਂ, ਇਹਨਾਂ ਨੂੰ ਦਿੱਕਤਾਂ ਨਜ਼ਰ ਆ ਰਹੀਆਂ ਹਨ, ਕੀ ਫਾਇਦਾ। ਇੱਕ ਬੜਾ ਪੁਰਾਣਾ ਹਿੰਦੀ ਦਾ ਗਾਣਾ ਸੀ, ਦੁਲਹਨ ਵਹੀ ਜੋ ਪੀਆ ਮਨ ਭਾਏ, ਤੇ ਇਹਨਾਂ ਤੋਂ ਹੀ ਦਿਓ ਨਾ ਜੋ ਇਹਨਾਂ ਨੂੰ ਭਾਂਦਾ ਹੈ। ਜ਼ਬਰਦਸਤੀ ਕਿਉਂ ਕਰਦੇ ਪਏ ਹੋ ਇਹਨਾਂ ਨਾਲ। ਸਰਨਾ ਸਾਹਿਬ, ਮੈਂ ਕੱਲ ਸਪੀਚ ਸੁਣ ਰਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਦੀ। ਉਹ ਕਹਿੰਦੇ ਕਿ ਅੱਜ ਰਾਤੋਂ ਰਾਤ ਨਹੀਂ ਉਤਰ ਆਏ ਇਹ ਕਾਨੂੰਨ 10-20 ਸਾਲ ਤੋਂ ਲਗਾਤਾਰ ਚਰਚਾ ਦੇ ਵਿੱਚ ਹੈਗੇ ਆ। ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਜਾਂ ਫਿਰ ਵਿਰੋਧੀ ਧਿਰ ਦੇ ਵਿੱਚ ਹੁੰਦੀ ਆ, ਇਹਨਾਂ ਕਾਨੂੰਨਾਂ ਨੂੰ ਬਣਾਉਣ ਦੀ ਗੱਲਬਾਤ ਕਰਦੀ ਰਹੀ ਹੈ। ਅਸੀਂ ਕੋਈ ਨਵੇਂ ਨਹੀਂ ਬਣਾਏ, ਪਹਿਲੀਆਂ ਸਰਕਾਰਾਂ ਵੀ ਇਹ ਕਰਨਾ ਚਾਹੁੰਦੀਆਂ ਸੀ। ਕਾਂਗਰਸ ਸੇ ਵੀ ਉਹਨਾਂ ਨੇ ਕਿਹਾ ਕਿ ਕਾਂਗਰਸ ਵੀ ਇਸ ਦਾ ਨਾਲ ਖੜੀ ਹੋਈ ਦਿਖਦੀ ਰਹੀ ਹੈ। ਅੱਜ ਕਾਂਗਰਸ ਭਲਾ ਵਿਰੋਧ ਕਰ ਰਹੀ ਹੈ, ਲੇਕਿਨ ਕਦੇ ਕਾਂਗਰਸ ਵੀ ਕਹਿੰਦੀ ਸੀ ਕਿ ਅਸੀਂ ਇਸ ਕਾਨੂੰਨ ਨੂੰ ਬਣਾਉਣਾ ਚਾਹੁੰਦੇ ਹਾਂ। ਹਾਲਾਂਕਿ ਉਹ ਨਹੀਂ ਕਰ ਪਾਏ, ਅਸੀਂ ਕਰਤਾ, ਤਕਲੀਫ ਹੋ ਗਈ। ਹੁਣ ਕੋਈ ਜੀ ਗੱਲ ਹੈਗੀ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਹੋ, ਤੁਸੀਂ ਗਲਤ ਗੱਲ ਨਹੀਂ ਕਹਿ ਸਕਦੇ। ਅਸੀਂ ਤੁਹਾਨੂੰ ਠੀਕ ਸਮਝਦੇ ਹਾਂ, ਪਰ ਤੁਹਾਡੇ ਹੋਮ ਮਿਨਿਸਟਰ ਸਾਹਿਬ ਨਾਲ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਈ ਸੀ, ਉਹਦੇ 'ਚੋਂ ਮੰਨੇ ਸਨ ਕਿ ਅਸੀਂ ਇਹ ਕਾਨੂੰਨ ਬਣਾਉਣ ਤੋਂ ਪਹਿਲੇ ਕਿਸਾਨਾਂ ਨਾਲ ਕੰਸਲਟ ਨਹੀਂ ਕੀਤਾ। ਜੇ 20 ਸਾਲਾਂ ਵਿੱਚ ਤੁਸੀਂ ਕਿਸਾਨਾਂ ਨਾਲ ਕੰਸਲਟ ਹੀ ਨਹੀਂ ਕੀਤਾ ਤਾਂ ਇਹਨੂੰ ਬਣਾਇਆ ਕਿਉਂ। ਮੈਂ ਕਿਹਾ ਬਣ ਗਿਆ ਇਹ ਕੋਈ ਕੁਰਾਨ ਦੀ ਆਇਤ ਹੀ ਨਾ ਜਿਹੜੀ ਲਿਖੀ ਗਈ ਹਟੀ ਨਹੀਂ ਜਾ ਸਕਦੀ। ਹਾਂਜੀ, ਬਣਾਉਣ ਵਾਲੇ ਵੀ ਤੁਸੀਂ ਤੇ ਵਾਪਸ ਲੈਣਾ ਵੀ ਤੁਸੀਂ ਬਣੋ। ਮੰਨ ਲੈਣੀ ਚਾਹੀਦੀ, 100% ਮੰਨਣੀ ਚਾਹੀਦੀ ਹੈ। ਇੱਕ ਰਾਜੇ ਵਾਸਤੇ ਉਸ ਕੋਲ ਸਭ ਤੋਂ ਵੱਡੀ ਹਾਰ ਹੁੰਦੀ ਹੈ ਜਦ ਜਿਸ ਜਗ੍ਹਾ 'ਤੇ ਉਹ ਰਾਜ ਕਰ ਰਿਹਾ ਹੋਵੇ ਤੇ ਉਹਦੀ ਕੈਪੀਟਲ ਚਾਰੋਂ ਪਾਸੋਂ ਘੇਰੀ ਜਾਏ। ਅੱਜ ਤੁਹਾਡੀ ਕੈਪੀਟਲ ਨੂੰ ਚਾਰੇ ਪਾਸੋਂ ਇਹਨਾਂ ਘੇਰਿਆ ਹੋਇਆ ਹੈ। ਪੁਰਅਮਨ, ਕਿਸੇ ਨੇ ਸੋਟੀ ਤੱਕ ਨਹੀਂ ਮਾਰੀ, ਕਿਸੇ ਨੂੰ ਤੀਲਾ ਤੱਕ ਨਹੀਂ ਮਾਰਿਆ। ਇਸ ਤੋਂ ਵੱਧ ਪੁਰਅਮਨ ਹੋਰ ਕਿਹੜੀ ਐਜੀਟੇਸ਼ਨ ਹੋ ਸਕਦੀ ਹੈ। ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਐਜੀਟੇਸ਼ਨ ਨੂੰ ਇੱਕ ਗਿੰਨੀ ਬੁੱਕਸ ਆਫ ਰਿਕਾਰਡਸ ਲਿਖਿਆ ਜਾਏਗਾ ਤੇ ਤੁਸੀਂ ਉਸ ਵਿੱਚ ਕਹੋ ਫਿਰ ਬਈ ਮੋਦੀ ਸਾਹਿਬ ਨੇ ਇਹਨਾਂ ਦੀਆਂ ਗੱਲਾਂ ਨੂੰ ਮੰਨ ਕੇ ਇਹਨਾਂ ਨੂੰ ਘਰ ਵਾਪਸ ਭੇਜਤਾ ਸੁੱਖੀ ਸਾਂਦੀ। ਸੋਸ਼ਲ ਮੀਡੀਆ ਤੇ ਬੜੀਆਂ ਸਪੀਚ ਵਾਇਰਲ ਹੋ ਰਹੀਆਂ। ਪਹਿਲਾਂ ਸੁਸ਼ਮਾ ਸਵਰਾਜ ਅੱਜ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦੀ ਸਪੀਚ ਵਾਇਰਲ ਹੋਈ। ਉਹਨਾਂ ਨੇ ਕਿਹਾ ਕਿ ਜਿਹੜਾ ਆੜ੍ਹਤੀਆ ਹੈਗਾ ਉਹ ਕਿਸਾਨ ਦਾ ATM ਹੈਗਾ। ਹੁਣ ਰਾਜਨਾਥ ਦੀ ਜਿਹੜੀ ਇੱਕ ਸਪੀਚ ਵਾਇਰਲ ਹੋ ਰਹੀ ਆ, ਉਹ ਕਹਿ ਰਿਹਾ ਕਿ 3 ਦਿਨ ਹੋ ਗਏ ਲਗਾਤਾਰ ਕਿਸਾਨ ਪ੍ਰਦਰਸ਼ਨ ਤੇ ਬੈਠੇ ਹੋਏ ਨੇ। ਪੁਰਾਣੀ ਸਪੀਚ ਹੈ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਸੀ। ਕਹਿੰਦੇ ਕਿ ਮੈਨੂੰ ਬੜੀ ਤਕਲੀਫ ਹੋਈ, ਮੈਂ
ਕਿਸੇ ਵੀ ਤਬਕੇ ਨਾਲ ਤਾਲੁਕ ਰੱਖਦਾ ਹੋਵੇ, ਕਿਸੇ ਵੀ ਜਥੇਬੰਦੀ ਨਾਲ ਤਾਲੁਕ ਕਰ, ਮੈਨੂੰ ਦਰਦ ਬਹੁਤ ਹੁੰਦਾ। ਮੈਂ ਦਰਦ ਨੂੰ ਸਮਝਦਿਆਂ ਹੋਇਆ ਇੱਥੇ ਆਇਆ, ਰਾਜਨੀਤੀ ਤੋਂ ਉੱਪਰ ਉੱਠ ਕੇ ਆਇਆ। ਕਦੇ ਉਹਨਾਂ ਨੂੰ ਕਿਸਾਨਾਂ ਤੇ ਦਰਦ ਹੁੰਦਾ ਸੀ, ਅੱਜ 24 ਦਿਨ ਹੋ ਗਏ, 3 ਦਿਨਾਂ ਦਾ ਦਰਦ ਉਹਨਾਂ ਨੂੰ ਹੁੰਦਾ ਸੀ, 24 ਦਿਨਾਂ ਦਾ ਅੱਜ ਦਰਦ ਨਹੀਂ ਹੋ ਰਿਹਾ। ਦੇਖੋ ਜੀ, ਮੈਂ ਇਹਨਾਂ ਦਾ ਇੰਟਰਨਲ ਮਾਮਲਾ ਕੁਝ ਕਹਿਣਾ ਤਾਂ ਨਹੀਂ ਚਾਹੁੰਦਾ। ਸੁਸ਼ਮਾ ਸਵਰਾਜ ਤਾਂ ਰਹੀ ਨਹੀਂ, ਪਰ ਰਾਜਨਾਥ ਸਾਹਿਬ ਨੂੰ, ਪ੍ਰਾਈਮ ਮਿਨਿਸਟਰ ਨੂੰ ਤੇ ਹੋਮ ਮਿਨਿਸਟਰ ਨੂੰ ਮਿਲ ਕੇ ਬਤੌਰ ਇੱਕ ਸੀਨੀਅਰ ਮੰਤਰੀ ਹੋਣ ਦੇ ਨਾਤੇ ਵੀ, ਬਤੌਰ ਇੱਕ ਸੀਨੀਅਰ ਬੀਜੇਪੀ ਦੇ ਲੀਡਰ ਹੋਣ ਦੇ ਖਾਤਰ ਵੀ, ਪ੍ਰਾਈਮ ਮਿਨਿਸਟਰ ਮੋਦੀ ਨੂੰ ਜੇ ਕਿਸੇ ਨੇ ਅੱਜ ਪ੍ਰਾਈਮ ਮਿਨਿਸਟਰ ਬਣਾਇਆ ਤਾਂ ਰਾਜਨਾਥ ਸਿੰਘ ਨੇ ਆਪਣੀ ਪੋਸਟ ਦਿੱਤੀ ਸੀ ਤੇ ਉਹ ਬਣੇ ਨੇ। ਤੇ ਇਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਹੈ ਬਈ ਜਿਹੜਾ ਕਿਸਾਨ ਅੰਨਦਾਤਾ ਵੇ, ਖਾਲੀ ਅੰਨਦਾਤਾ ਨਹੀਂ ਹੈ, ਇਹ ਸਾਡੇ ਸਰਹੱਦਾਂ ਤੇ ਇਹਨਾਂ ਦੇ ਬੱਚੇ ਰਾਖੀ ਕਰਦੇ ਨੇ, ਰੋਜ਼ ਗੋਲੀਆਂ ਨਾਲ ਮਾਰ ਖਾਂਦੇ ਨੇ, ਮਰੇ ਜਾਂਦੇ ਨੇ, ਕਰਦੇ ਨੇ। ਜਿੰਨੀਆਂ ਲੜਾਈਆਂ ਹੋਈਆਂ ਸਾਰੀਆਂ ਇਹਨਾਂ ਨੇ ਜਿੱਤ ਕੇ ਦੱਸੀਆਂ। ਤੁਸੀਂ ਕਿਸਾਨੀ ਵੀ ਖਤਮ ਕਰਦੇ ਪਏ ਹੋ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਸਰਹੱਦਾਂ ਤੇ ਰਾਖੀ ਕਰਨੀ ਹੈ ਉਹਨਾਂ ਨੂੰ ਖਤਮ ਕਰਦੇ ਲੱਗੇ ਹੋਏ ਹੋ। ਇਸ ਵਾਸਤੇ ਗੁਰੂ ਦਾ ਵਾਸਤਾ ਜੇ ਜਿੱਦ ਛੱਡੋ, ਇਹਨਾਂ ਦੀਆਂ ਮੰਗਾਂ ਮੰਨ ਕੇ ਔਰ ਇਹਨਾਂ ਨੂੰ ਘਰ ਭੇਜੋ। ਸਰਨਾ ਸਾਹਿਬ, ਹਿੰਦੁਸਤਾਨ ਵਿੱਚ ਸ਼ੋਲ ਹੋਵੇ ਤੇ ਹਿੰਦੁਸਤਾਨ ਦੀਆਂ ਸਰਹੱਦਾਂ ਵੀ ਠੀਕ ਠਾਕ ਰਹਿਣ, ਆਪਣੇ ਦੁਸ਼ਮਣ ਨੂੰ ਕੋਈ ਮੌਕਾ ਨਾ ਦੇਈਏ ਅਸੀਂ। ਸਰਨਾ ਸਾਹਿਬ, ਧੰਨਵਾਦ ਗੱਲਬਾਤ ਕਰਨ ਦੇ ਲਈ, ਕਾਫੀ ਅਹਿਮ ਗੱਲਾਂ ਰੱਖੀਆਂ। ਹੈ ਜੀ, ਧੰਨਵਾਦ ਗੱਲਬਾਤ ਤੁਹਾਡਾ। ਤਾਂ ਇਹ ਨੇ ਪਰਮਜੀਤ ਸਿੰਘ ਸਰਨਾ ਜੀ, ਜਿਹੜੇ ਕਿ ਲਗਾਤਾਰ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਮੋਦੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ, ਕਿਸਾਨਾਂ ਦੇ ਨਾਲ ਕਿਸ ਤਰੀਕੇ ਨਾਲ ਖੜਨਾ ਚਾਹੀਦਾ, ਕਾਨੂੰਨ ਮੰਨਣੇ ਚਾਹੀਦੇ ਆ। ਹਾਲਾਂਕਿ ਲਗਾਤਾਰ ਜਿਹੜੇ ਕਿਸਾਨ ਹੈਗੇ ਆ ਉਹ ਪ੍ਰਦਰਸ਼ਨ ਕਰ ਰਹੇ ਨੇ, ਲਗਾਤਾਰ ਕਹਿ ਰਹੇ ਨੇ ਕਿ ਜਿਹੜੇ ਕੇਂਦਰ ਸਰਕਾਰ ਨੂੰ ਕਾਨੂੰਨ ਮੰਨਣੇ ਵਾਪਸ ਲੈਣੇ ਚਾਹੀਦੇ ਆ। ਹਾਲਾਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਾਨੂੰਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ, ਲੇਕਿਨ ਕੋਈ ਕਮੀ ਲੱਗਦੀ ਆ ਤਾਂ ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈ ਸਕਦੇ, ਲੇਕਿਨ ਇਹਨਾਂ ਤੇ ਅਮੈਂਡਮੈਂਟ ਜ਼ਰੂਰ ਕਰ ਸਕਦੇ ਆ। ਅਮੈਂਡਮੈਂਟ ਕਰਨ ਦੇ ਲਈ ਜੋ ਵੀ ਮੰਗਾਂ ਹੈਗੀਆਂ ਉਹ ਕਿਸਾਨ ਜਥੇਬੰਦੀਆਂ ਸਾਡੇ ਅੱਗੇ ਰੱਖਣ। ਹਾਲਾਂਕਿ ਕਿਸਾਨ ਕਹਿ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਵਾਪਸ ਲੈਣ ਕੇਂਦਰ ਸਰਕਾਰ, ਤਾਂ ਹੀ ਅਸੀਂ ਪਿੱਛੇ ਹਟਾਂਗੇ। ਹੁਣ ਦੇਖਣਾ ਹੋਏਗਾ ਕਿ 24 ਦਿਨਾਂ ਬਾਅਦ ਕਿਸਾਨ ਅੱਗੇ ਦੀ ਰਣਨੀਤੀ ਕੀ ਤਿਆਰ ਕਰਦੇ ਨੇ ਅਤੇ ਕੇਂਦਰ ਸਰਕਾਰ ਕਿਸ ਤਰੀਕੇ ਨਾਲ ਕਿਸਾਨਾਂ ਨਾਲ ਗੱਲਬਾਤ ਕਰਦੀ ਹੈ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਕੁੰਡ ਦੇ ਬਾਰਡਰ, ਦਿੱਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।